ਬਟ ਇਫ ਆਮ ਏਬਲ ਟੂ ਹੈਲਪ ਸਮਵਨ ਹੂ ਕੈਨ ਦੈਨ ਹੈਲਪ ਫਿਊ ਅਦਰਸ, ਉਹ ਤੁਹਾਡਾ ਇੰਪੈਕਟ ਬਹੁਤ ਵੱਡਾ ਹੋ ਜਾਊਗਾ। ਅਤੇ ਜੇ ਤੁਸੀਂ ਕਿਸੇ ਨੂੰ ਕਰੀਅਰ ਲਈ, ਕੰਮ ਦੇ ਲਈ ਮੋਟੀਵੇਟ ਕਰ ਰਹੇ ਹੋ, ਤੁਸੀਂ ਇੱਕ ਬੰਦੇ ਨੂੰ ਨਹੀਂ ਚੇਂਜ ਕਰ ਰਹੇ, ਤੁਸੀਂ ਜਨਰੇਸ਼ਨ ਚੇਂਜ ਕਰ ਰਹੇ ਹੋ। ਕਿਉਂਕਿ ਜਿਹੜਾ ਬੰਦਾ ਕੰਮ ਕਰਨ ਲੱਗ ਗਿਆ, ਫਿਰ ਉਹ ਸਿਰਫ ਕੰਮ ਕਰਕੇ ਪੈਸੇ ਨਹੀਂ ਕਮਾ ਰਿਹਾ, ਉਹ ਆਪਣੇ ਬੱਚਿਆਂ ਨੂੰ ਵੀ ਕੰਮ ਕਰਨਾ ਸਿਖਾਊਗਾ, ਆਪਣੇ ਸਰਕਲ ਨੂੰ ਵੀ ਚੇਂਜ ਕਰੂਗਾ। ਸੋ ਮੈਨੂੰ ਲੱਗਦਾ ਵੀ ਕੈਨ ਹੈਵ ਦੈਟ ਇੰਪੈਕਟ, ਬਟ ਲਾਈਕ ਸਮਟਾਈਮ ਤੁਹਾਨੂੰ ਇੰਪੈਕਟ ਤੁਸੀਂ ਸਿੱਧਾ ਨਾ ਲੋਕਾਂ ਤੱਕ ਪਹੁੰਚਦਾ ਨਹੀਂ, ਤਾਂ ਤੁਹਾਨੂੰ ਉਹਦਾ ਅਪਰੋਚ ਡਿਫਰੈਂਟ ਕਰਨੀ ਪੈਂਦੀ ਹੈ ਨਾ, ਥੋੜ੍ਹਾ ਤੜਕਾ ਪਾਉਣਾ ਪੈਂਦਾ ਆਮ ਪ੍ਰੂਵ ਦੈਮ ਰੋਂਗ। ਬਟ ਆਈ ਫੀਲ ਕਿ ਉਹਦਾ ਜਿਹੜਾ ਲਾਈਕ ਮੇਰਾ ਹੁਣੇ ਗਾਣਾ ਹੈ ਪ੍ਰੂਵ ਦੈਮ ਰੋਂਗ ਜਿਹਦੀ ਮੈਂ ਗੱਲ ਕਰ ਰਿਹਾ, ਇਟਸ ਲਿਟਰਲੀ ਆਮ ਜਿਹੇ ਮੁੰਡੇ, ਬਟ prove them wrong is ਆਮ ਜਿਹੇ ਮੁੰਡੇ on steroids, you know, like in your face। ਕਿਉਂਕਿ ਹਰ ਵਾਰੀ ਟੁੱਟੇ ਹੋਏ ਬੰਦੇ ਨੂੰ ਤੁਸੀਂ ਐਵੇਂ ਨਹੀਂ ਕਹਿ ਸਕਦੇ ਕਿ ਇਟਸ ਓਕੇ ਯਾਰ ਤੂੰ ਟੁੱਟ ਗਿਆ। ਕਈ ਵਾਰੀ ਉਹਨਾਂ ਨੂੰ ਕਹਿਣਾ ਪੈਂਦਾ ਖੜਾ ਹੋ, ਕੋਈ ਗੱਲ ਨਹੀਂ, ਉਹਨਾਂ ਨੂੰ ਵੀ ਤੋੜਾਂਗੇ ਆਪਾਂ, ਕਿਉਂਕਿ ਯੂ ਨੀਡ ਡਿਫਰੈਂਟ ਪਰਮਿਟੇਸ਼ਨ ਕੋਂਬੀਨੇਸ਼ਨਸ ਫॉर ਯੋਰ ਡਿਫਰੈਂਟ, ਕਿਉਂਕਿ ਤੁਹਾਡਾ ਮਾਈਂਡ ਸੈਟ ਹੈ ਜਿਹੜਾ ਉਹ ਇੰਨਾ, ਉਹ ਵੀ ਕਾਊਂਟਰ ਕਰ ਰਿਹਾ ਨਾ ਤੁਹਾਡੀ ਮੋਟੀਵੇਸ਼ਨ ਨੂੰ। ਤੁਹਾਡਾ ਡਿਪਰੈਸ਼ਨ ਤੁਹਾਡੀ ਮੋਟੀਵੇਸ਼ਨ ਨੂੰ ਕਾਊਂਟਰ ਕਰ ਰਿਹਾ। ਤੁਸੀਂ ਇੱਕ ਚੀਜ਼ ਬੋਲਦੇ ਹੋ, ਉਹ ਉਹਨੂੰ ਕਹਿੰਦਾ ਨਹੀਂ ਕਿ ਇਹ ਕੰਮ ਨਹੀਂ ਕੀਤਾ, ਤਾਂ ਉਹ ਤੁਹਾਡੀ ਮੋਟੀਵੇਸ਼ਨ ਨੂੰ ਹਰਾ ਦਿੰਦਾ ਅਤੇ ਤੁਸੀਂ ਉਸੇ ਸਟੇਟ ਵਿੱਚ ਚਲੇ ਜਾਂਦੇ ਹੋ। ਸੋ ਆਈ ਫੀਲ ਜਦੋਂ ਤੁਸੀਂ ਆਪਣੇ ਕੰਟੈਂਟ ਨੂੰ ਵਿਜ਼ੂਅਲੀ, ਮਿਊਜ਼ਿਕਲੀ, ਲਿਰਿਕਲੀ different approach ਕਰਦੇ ਹੋ, then I think it can have a longer lasting impact. Wanted to bring this up much earlier in this conversation, but आजकल ना मैं माया as a concept इसके बारे में बहुत ज़्यादा पढ़ रहा हूँ कि effectively according to the philosophy of Maya आप एक virtual reality में जी रहे हो, okay, and सिर्फ आपका consciousness आपके control में है। और ये जो virtual reality है जिसका नाम माया है, it's not good or evil. It doesn't have a nature. It just acts its own self based on your actions. So the world is not evil. Everything's happening inside you. The reason I'm bringing up Maya right now is जो आप कह रहे थे ना कि अगर आप किसी को मोटिवेट कर रहे हो तो वो डिप्रेशन भी अगेंस्ट द मोटिवेशन फाइट बैक करती है। That's also kind of Maya at play. I feel कि अगर आप आगे बढ़ने की कोशिश कर रहे हो तो माया आपको पीछे खींचने की कोशिश करेगी. But the game is about having that internal power to move ahead of the Maya. ਡਿਸਿਪਲਿਨ ਬਚਾ ਲੈਂਦਾ ਵੀਰੇ, ਕਿ ਰਿਗਾਰਡਲੈਸ ਆਫ ਮਾਈ ਫੀਲਿੰਗਸ ਮੈਂ ਕੰਮ ਕਰਨ ਜਾਣਾ। ਦੇਖੋ ਤਾਂ ਹੀ ਮੈਂ ਨਾ ਮੈਂਟਲ ਹੈਲਥ ਨੂੰ ਇੰਨਾ ਸੀਰੀਅਸਲੀ ਨਹੀਂ ਲੈਂਦਾ, ਕਿਉਂਕਿ ਦੇਰ ਐਜ਼ ਲੌਂਗ ਐਜ਼ ਦੇਰ ਆਰ ਪੀਪਲ ਵਿਦ ਫਿਜ਼ੀਕਲ ਇਲਨੈਸ ਟਰਾਈਂਗ ਟੂ ਮੇਕ ਅ ਲਿਵਿੰਗ, ਆਈ ਡੋਂਟ ਗੈਟ ਟੂ ਸੇ ਯਾਰ ਮੇਰਾ ਮੂਡ ਖਰਾਬ ਹੈ, ਮੇਰੀ ਮੈਡੀਕਲ ਹੈਲਥ ਠੀਕ ਨਹੀਂ ਹੈਗੀ, ਮੇਰੀ ਮੈਂਟਲ ਹੈਲਥ ਠੀਕ ਨਹੀਂ, ਸੌਰੀ। ਤੁਸੀਂ ਦੇਖਦੇ ਹੋ ਬੰਦਿਆਂ ਦੀਆਂ ਲੱਤਾਂ ਨਹੀਂ ਹੁੰਦੀਆਂ, ਫਿਰ ਵੀ ਦਿਹਾੜੀ ਕਰ ਰਹੇ ਨੇ, ਠੀਕ ਹੈ। ਵੀਰੇ ਲੋਕਾਂ ਕੋਲ ਟਾਈਮ ਹੀ ਨਹੀਂ ਆਪਣੇ ਟਰੋਮੇ ਨੂੰ ਐਡਰੈਸ ਕਰਨ ਦਾ, ਕਿਉਂਕਿ ਸਵੇਰੇ ਜੋਬ 'ਤੇ ਜਾਣਾ। ਲੋਕਾਂ ਕੋਲ ਟਾਈਮ ਹੀ ਹੈ ਨਹੀਂ ਆਪਣੇ ਆਪ ਨੂੰ ਹੀਲ ਕਰਨ ਦਾ, ਕਿਉਂਕਿ ਉਹਦੇ ਪਿਓ ਨੂੰ ਐਕਚੁਅਲ ਬਿਮਾਰੀ ਆ ਜਿਹਦੇ ਲਈ ਉਹਨੂੰ ਪੈਸੇ ਚਾਹੀਦੇ ਨੇ ਅਤੇ ਉਹਦਾ ਉਹਨੇ ਇਲਾਜ ਕਰਾਉਣਾ। ਪਹਿਲਾਂ ਉਹਦਾ ਪਿਓ ਠੀਕ ਹੋ ਜੇ, ਉਸ ਤੋਂ ਬਾਅਦ ਉਹ ਦੇਖੂਗਾ ਯਾਰ ਇਹ ਮੇਰਾ ਟਰੋਮਾ ਸੀ, ਇਹ ਮੇਰੀ ਮੈਂਟਲ ਹੈਲਥ ਠੀਕ ਹੈ। ਵੀਰੇ ਪ੍ਰਿਵਿਲੇਜ ਹੈ ਮੈਂਟਲ ਹੈਲਥ ਲੋਕਾਂ ਦੇ ਲਈ। ਸੋ ਇਸ ਕਰਕੇ ਇਹ ਤੁਹਾਡਾ ਦਿਮਾਗ ਤੁਹਾਨੂੰ ਟ੍ਰਿਕ ਕਰ ਰਿਹਾ, ਹੋਰ ਕੁਛ ਨਹੀਂ ਹੈਗਾ। And there are people making living out of it, you know. Obviously if you're in such a bad place where you're not able to get out of that hole, obviously seek the help, right? But I'll give an example. There are a group of people, there's a group of people called a group of people. Now you can define that group of people as a religion, caste, anything, ठीक है। I'm not denying the fact that group of people exist. I'm just denying the fact that all of them are right. There will be people who've snuck into the group because the group acts as an umbrella. So I feel ਕੁਛ ਵੀ ਕਰਨ ਤੋਂ ਪਹਿਲਾਂ ਨਾ ਉਹਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ, ਤਾਂ ਕਿ ਜੋ ਗਰੁੱਪ ਨਾਲ ਵੀ ਖੜਦੇ ਹੋ ਤੇ ਫਿਰ ਆਈਡੀਓਲੋਜੀ ਦੇ ਨਾਲ ਖੜੋ, ਉਹਦੇ ਵੀ ਫੋਰਫਰੰਟ 'ਤੇ ਖੜੋ, ਉਹਦੇ ਬੈਕਐਂਡ 'ਤੇ ਨਾ ਖੜੋ ਜਾ ਕੇ। ਤਾਂ ਲੁਕਣਾ ਨਹੀਂ ਹੈਗਾ। ਦਿਮਾਗ ਜਦੋਂ ਟ੍ਰਿਕ ਕਰਦਾ ਨਾ, ਜਸਟ ਫਾਈਂਡ ਦ ਲਾਏ ਕਿ ਮੈਂ ਐਵੇਂ ਫੀਲ ਕਰ ਰਿਹਾ, ਕਿੱਥੇ ਆ। ਜਿਹੜਾ ਕੰਮ ਹੁੰਦਾ ਨਾ ਵੀਰੇ, ਉਹ ਤੁਹਾਨੂੰ ਕਿਉਂਕਿ 9 ਵਜੇ ਦੀ ਸ਼ਿਫਟ 9 ਵਜੇ ਸ਼ੁਰੂ ਹੋਣੀ ਆ। ਜਦੋਂ ਤੁਹਾਨੂੰ ਪਤਾ ਲੱਗਦਾ ਨਾ 9:15 ਵਜੇ ਆਏ ਅਤੇ ਤੁਹਾਡੀ ਜੋਬ ਤੋਂ ਤੁਹਾਨੂੰ ਤੁਹਾਡੇ ਲੇਟ ਆਉਣ ਦੇ ਪੈਸੇ ਕੱਟੇ ਗਏ, ਉਹਦੇ ਤੋਂ ਰੀਅਲ ਰਿਐਲਿਟੀ ਕੋਈ ਨਹੀਂ ਹੁੰਦੀ ਵੀਰੇ। ਤਾਂ ਮੈਨੂੰ ਲੱਗਦਾ ਹਰ ਬੰਦੇ ਨੂੰ ਨਾ ਕੰਮ ਜ਼ਰੂਰ ਕਰਨਾ ਚਾਹੀਦਾ, ਮਿਹਨਤ ਜ਼ਰੂਰ ਕਰਨੀ ਚਾਹੀਦੀ, ਉਹਦੇ ਨਾਲ ਨਾ ਬੰਦਾ ਰਿਐਲਿਟੀ ਦੇ ਬਹੁਤ ਨੇੜੇ ਰਹਿੰਦਾ।
ਕਈ ਵਾਰੀ ਬੰਦੇ ਆਪਦੇ ਬਬਲ 'ਚ ਹੀ ਐਡੇ ਵੱਡੇ 'ਚ ਰਹਿੰਦੇ ਨੇ ਕਿ ਉਹ ਬਬਲ ਉਹਨਾਂ ਦਾ ਐਡਾ ਵੱਡਾ ਹੋ ਜਾਂਦਾ ਕਿ ਉਹ ਬਬਲ ਉਹਨਾਂ ਦੀ ਦੁਨੀਆ ਬਣ ਜਾਂਦੀ ਹੈ। ਕਈ ਲੋਕਾਂ ਦਾ ਪਿੰਜਰਾ ਐਡਾ ਵੱਡਾ ਉਹ ਪਿੰਜਰੇ ਦੇ ਐਂਡ ਤੱਕ ਹੀ ਨਹੀਂ ਪਹੁੰਚਦੇ। ਕਈ ਲੋਕਾਂ ਦਾ ਪਿੰਜਰਾ ਹੀ ਐਡਾ ਸੋਹਣਾ ਅਤੇ ਐਡਾ ਵੱਡਾ ਹੁੰਦਾ ਉਹ ਪਿੰਜਰੇ 'ਚ ਹੀ ਫਿਰਦੇ ਰਹਿੰਦੇ ਨੇ। ਐਂਡ ਆਮ ਨੋਟ ਸੇਇੰਗ ਇਟਸ ਬੈਡ, ਆਮ ਨੋਟ ਸੇਇੰਗ, ਆਮ ਪ੍ਰੀਟੀ ਸ਼ੋਰ ਦੇਰ ਆਰ ਵੈਰੀ ਐਨਲਾਈਟਨਡ ਪੀਪਲ ਹੂ ਕਮ ਫਰੋਮ ਪ੍ਰਿਵਿਲੇਜ, ਪਰ ਮੈਨੂੰ ਲੱਗਦਾ ਅਗੇਨ ਦੇਰ ਆਰ ਪੀਪਲ who are not privileged but they're just as dumb। ਹੈ ਨਾ, ਕਈ ਬੰਦਿਆਂ ਦਾ ਸੋ ਵੀਰੇ ਕਈ ਵਾਰੀ ਨਾ ਬੰਦਾ ਜਸਟ ਜਿਵੇਂ ਡੂਮ ਸਕਰੋਲ ਥਰੂ ਕਰ ਦਿੰਦਾ ਜ਼ਿੰਦਗੀ 'ਚੋਂ। ਵਾਹ, ਪੀਪਲ ਜਸਟ ਸਕਰੋਲ ਥਰੂ ਲਾਈਫ। कि एक थोड़ी सी इंटेंस चीज़ कहना चाहूँगा, एंड आई एम एक्चुअली ट्राइंग टू वर्क आउट दिस थॉट माई सेल्फ एज आई स्पीक। यूट्यूब के अलावा मैं स्टार्टअप्स रन करता हूँ एंड आई रन देम फॉर ईयर्स, सो आई वर्कड विद easily more than 500-600 people। अच्छा, managed and looked over their growth। okay। स्टार्टअप एक्सपीरियंस है, यूट्यूब एक्सपीरियंस है, और थोड़ा बहुत एस्ट्रोलॉजी को जानकर भी मैं ये समझा हूँ कि हर ह्यूमन लाइफ की मिशन ग्रोथ ही होती है। यू हैव टू मूव फॉरवर्ड इन लाइफ। बट दो टाइप के लोग होते हैं, कुछ लोग जो स्लोली आगे बढ़ते हैं, विच इज नॉर्मल लाइफ एंड एवरीवन हैज दैट ऑप्शन। And the second type who have ADHD I call curious cats I call it ability to move forward with power। power and force। and ADHD एक tool हो सकता है power and force के साथ move करने में। no I get it, but yeah, you're right। I also feel the astrology angle here is आई डोंट थिंक कि आपका ये एस्ट्रोलॉजिकल चार्ट आपकी पूरी जिंदगी के बारे में आपको बताएगा, बट ये एक पर्सनैलिटी चार्ट है। इट शोज यू योर स्ट्रेंथ्स एंड वीकनेसेस एंड इट शोज यू द पाथवे फॉरवर्ड। इट्स इन योर हैंड अबाउट व्हाट यू वांट टू डू अबाउट मूविंग फॉरवर्ड। बट आई डेफिनेटली फील कि जो लोग आपके गाने सुनते हैं, जो लोग ये वाला पॉडकास्ट सुनते हैं, वो सारे दूसरे कैटेगरी में या तो हैं या तो एंटर करना चाह रहे हैं। एंड दैट्स द लिसनर ऑफ दिस एपिसोड एज वेल, द एवरेज लिसनर। तो जो लड़के और लड़कियां ये वाला एपिसोड सुन रहे हैं मोटिवेशन के लिए, या आपके गाने सुनते हैं मोटिवेशन के लिए, मान लो कि वो अभी टूटे हुए हैं लाइफ में, उनको क्या कहना चाहोगे? बिकॉज माई पर्सनल एनालिसिस आफ्टर सीइंग ऑल दिस इज दैट जिंदगी का गोल शायद सिर्फ और सिर्फ डिसिप्लिन है। यू कांट कंट्रोल मच मोर देन योर ओन रूटीन्स। So in this complex life with astrological charts and AI and information, just stay disciplined। Mamba mentality, 1% better every day। बस वही है। हाँ जी। But over to you। ਵੀਰੇ ਮੈਨੂੰ ਲੱਗਦਾ ਕਿ ਸੀ when ਇੱਕ ਸਵਾਲ ਹੁੰਦਾ ਜਿਹੜਾ ਨਾ ਮੈਨੂੰ ਹਮੇਸ਼ਾ ਕਾਮ ਕਰ ਦਿੰਦਾ, ਮੈਂ ਜਿੰਨੇ ਮਰਜ਼ੀ ਕਿਓਸ ਦੇ ਵਿੱਚ ਹੋਵਾਂ, ਕਿ ਮੇਰੇ ਹੱਥ ਵਿੱਚ ਜੋ ਹੈ ਕੀ ਮੈਂ ਉਹ ਸਹੀ ਕਰ ਰਿਹਾ। If I am always giving my best, ਤਾਂ ਮੈਨੂੰ ਇਹ ਚੀਜ਼ ਨਹੀਂ ਬੋਦਰ ਕਰਦੀ ਕਿ ਮੇਰੇ ਹੱਥ 'ਚ ਕੀ ਨਹੀਂ ਹੈ। ਫੋਰ ਇੰਸਟੈਂਸ ਮੈਂ ਵੈਰੀ ਸਿੰਪਲ ਐਗਜ਼ਾਮਪਲ ਦਿੰਦਾ ਵੀਰੇ, ਜੋ ਤੁਸੀਂ ਚਾਹੁੰਦੇ ਹੋ ਉਹ ਨਹੀਂ ਹੋ ਰਿਹਾ। ਜਿਹੜਾ ਬੰਦਾ ਅੱਜ ਬਹੁਤ ਸੀ ਫਿਜ਼ੀਕਲ ਪੇਨ ਦੀ ਮੈਂ ਗੱਲ ਨਹੀਂ ਕਰ ਰਿਹਾ, ਮੈਂ ਭੁੱਖ ਦੀ, ਠੰਡ ਦੀ, ਗਰਮੀ ਸਰਦੀ ਦੀ, ਬਿਮਾਰੀ ਦੀ ਗੱਲ ਨਹੀਂ ਕਰ ਰਿਹਾ, ਐਸਪੀਰੇਸ਼ਨ ਦੀ ਗੱਲ ਕਰ ਰਿਹਾ। ਐਸਪੀਰੇਸ਼ਨ ਦੇ ਵਿੱਚ ਮੈਂ ਵੀ ਓਨਾ ਹੀ ਭੁੱਖਾਂ ਜਿੰਨਾ ਕੋਈ ਅੱਜ ਡਿਲੀਵਰੀ ਬੋਏ ਭੁੱਖ ਹੈ। ਪੇਨ ਦੀ ਗੱਲ ਨਹੀਂ ਕਰ ਰਿਹਾ, ਪੇਨ ਉਹਦੀ ਜ਼ਿਆਦਾ ਹੋ ਸਕਦੀ ਹੈ ਫੋਰ ਸ਼ੋਰ, ਪਰ ਜੋ ਉਹਦੀ ਐਸਪੀਰੇਸ਼ਨ ਹੈ ਓਨੀ ਹੀ ਮੇਰੀ ਐਸਪੀਰੇਸ਼ਨ ਹੈ। ਤੁਹਾਡਾ ਦੁੱਖ ਅਤੇ ਤੁਹਾਡਾ ਸੁੱਖ ਹਮੇਸ਼ਾ ਇੱਕ ਕੌਨਟੈਕਸਟ ਦੇ ਨਾਲ ਖੜ੍ਹਾ ਹੈ। ਯੂ ਕੈਨ ਕਮ ਫਰੋਮ ਅ ਮਿਡਲ ਕਲਾਸ ਫੈਮਿਲੀ ਐਂਡ ਯੂ ਕੈਨ ਫੀਲ ਵੈਰੀ ਪੂਅਰ ਇਫ ਯੂ ਗੋ ਟੂ ਅ ਸਕੂਲ ਜਿੱਥੇ ਸਾਰੇ ਸ਼ਹਿਰ ਦੇ ਲੀਡ ਆ ਰਹੇ ਨੇ, ਔਰ ਯੂ ਕੈਨ ਕਮ ਫਰੋਮ ਅ ਵੈਰੀ ਪੂਅਰ ਫੈਮਿਲੀ and you can feel very rich when there are people around you who are barely hand to mouth। so ਖੁਸ਼ੀ, ਗਮੀ, ਸਕਸੈਸ, ਫੇਲੀਅਰ ਕੰਟੈਕਸਟ ਦੇ ਨਾਲ ਹੁੰਦੀ ਆ। ਤਾਂ ਸਭ ਤੋਂ ਵੱਡੀ ਗੱਲ ਹਰ ਬੰਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਮੇਰੇ ਹੱਥ ਵਿੱਚ ਹੈ ਜੋ ਮੈਂ ਕਰ ਸਕਦਾ, ਕੀ ਮੈਂ ਉਹ ਸਹੀ ਕਰ ਰਿਹਾ। ਕਈ ਵਾਰੀ ਅੱਧੀਆਂ ਚੀਜ਼ਾਂ ਨਹੀਂ ਹੋ ਰਹੀਆਂ ਹੁੰਦੀਆਂ ਜੋ ਆਪਾਂ ਕਰ ਸਕਦੇ ਹਾਂ, ਆਪਾਂ ਉਹ ਵੀ ਨਹੀਂ ਕਰਦੇ। ਦੂਜੀ ਗੱਲ, ਨਾ ਤਾਂ ਜ਼ਿੰਦਗੀ ਬਲੈਕ ਐਂਡ ਵਾਈਟ ਹੈ, ਨਾ ਜ਼ਿੰਦਗੀ ਸਹੀ ਗਲਤ ਹੈ। ਜਿਵੇਂ ਬਹੁਤ ਦੇਰ ਬਹੁਤ ਜ਼ਿਆਦਾ ਏਰੀਆ ਗ੍ਰੇ ਵੀ ਹੁੰਦਾ। ਜ਼ਿੰਦਗੀ ਦਾ ਇੱਕ ਫੇਜ਼ ਹੁੰਦਾ ਜਿਹਦਾ ਨਾਮ ਹੀ ਐਂਡਿਓਰੈਂਸ ਹੈ। ਉਹ ਟਾਈਮ ਹੀ ਉਹ ਹੈ ਜਦੋਂ ਤੁਹਾਨੂੰ ਕੁਛ ਨਹੀਂ ਮਿਲਣਾ, ਉਹ ਟਾਈਮ ਹੀ ਉਹ ਹੈ ਜੋ ਤੁਸੀਂ ਐਂਡਿਓਰ ਕਰਨਾ। ਬਸ ਵਿਕਟ ਨਹੀਂ ਖੋਣੀ। ਬਸ ਯੂ ਹੈਵ ਟੂ ਜਸਟ ਸ਼ੋ ਅਪ every single day,
ਬੇਸ਼ਰਮ ਹੋ ਕੇ। You just have to show up. You just have to show up. You don't have to have a conclusion in your head. You just have to stop thinking and just keep showing up. Keep breathing. Keep doing what you're supposed to do. You won't come to a conclusion. You can never think yourself way out of pain. ਕੋਈ ਵੀ ਪਰਮਿਟੇਸ਼ਨ ਕੰਬੀਨੇਸ਼ਨ ਦਿਮਾਗ ਵਿੱਚ ਲਾ ਕੇ ਨਹੀਂ ਸਹੀ ਹੋ ਸਕਦੇ। ਸੋ ਮੈਨੂੰ ਲੱਗਦਾ ਕਈ ਵਾਰੀ ਨਾ ਯਾਰ ਮੇਰਾ ਮਾੜਾ ਟਾਈਮ ਚੱਲ ਰਿਹਾ, ਹਾਂ ਮੇਰਾ ਟਾਈਮ ਮਾੜਾ ਚੱਲ ਰਿਹਾ, ਹੁਣ ਮੈਂ ਮਾੜਾ ਟਾਈਮ ਕੱਟਣਾ, ਆ ਜਾਊਗਾ ਚੰਗਾ ਟਾਈਮ ਜਦੋਂ ਆਉਣਾ ਹੋਊਗਾ। ਢੀਠ ਹੋਣਾ ਪੈਂਦਾ ਵੀਰੇ। ਅਸਲ 'ਚ ਪ੍ਰੋਬਲਮ ਕੀ ਹੈ, ਕਿਉਂਕਿ ਆਪਾਂ ਸਟੋਰੀਜ਼ ਜਿਹੜੀਆਂ ਦੇਖਦੇ ਆ ਨਾ ਉਹਨਾਂ ਦਾ ਕਲਾਈਮੈਕਸ ਪੜ੍ਹਿਆ ਹੁੰਦਾ ਨਾ ਵੀਰੇ। ਆਪਣਾ ਕਲਾਈਮੈਕਸ ਹਲੇ ਬਹੁਤ ਦੂਰ ਆਉਣਾ। ਅੱਜ ਮੈਨੂੰ ਜੋ ਮੇਰੀ ਲਾਈਫ ਦਾ ਬਹੁਤ ਵੱਡਾ ਹਾਈ ਲੱਗ ਰਿਹਾ ਨਾ, ਉਹ ਜਦੋਂ ਕੌਨਟੈਕਸਟ ਦੇ ਵਿੱਚ ਮੈਂ 20 ਸਾਲ ਬਾਅਦ ਦੇਖੂੰਗਾ ਬੜਾ ਲੋ ਹੋਊਗਾ। ਅੱਜ ਤੋਂ 5-10 ਸਾਲ ਪਹਿਲਾਂ ਜਦੋਂ ਮੈਂ ਆਈ ਵਾਜ਼ ਵਰਕਿੰਗ ਇਨ ਅ ਰੈਸਟੋਰੈਂਟ, ਐਟ ਦੈਟ ਟਾਈਮ ਆਈ ਵਾਜ਼ ਸੇਵਿੰਗ $4 $5। ਮੈਂ ਮੀਲ ਨਹੀਂ ਸੀ ਖਾਂਦਾ ਹੁੰਦਾ ਤਾਂ ਕਿ ਮੈਂ ਪੈਸੇ ਜੋੜ ਲਾਂ, ਮੈਂ ਫੀਸ ਭਰਨੀ ਹੁੰਦੀ ਸੀ। ਜਦੋਂ ਫੀਸ ਜੁੜ ਜਾਂਦੀ ਸੀ ਫਿਰ ਥੋੜ੍ਹੇ ਜਿਹੇ ਐਕਸਟਰਾ ਜੋੜ ਲੈਂਦਾ ਸੀ ਕਿ ਲੋੜ ਨਾ ਪਵੇ, ਪਰ ਮੈਂ ਮੀਲ ਨਹੀਂ ਸੀ ਖਾਂਦਾ। ਅੱਜ ਮੈਂ ਜਦੋਂ ਵਾਪਸ ਦੇਖਦਾ ਮੈਂ ਕਹਿੰਦਾ ਯਾਰ ਕਿ ਖਾ ਲੈਂਦਾ ਮੀਲ, ਇੰਨੀ ਛੋਟੀ ਉਮਰ ਦੇ ਵਿੱਚ ਮੈਂ ਭੁੱਖਾ ਹੀ ਰਿਹਾ, ਮੈਂ ਆਪਣੇ ਆਪ ਨੂੰ ਤੰਗ ਹੀ ਇੰਨਾ ਕੀਤਾ। ਪਰ ਉਸ ਟਾਈਮ 'ਤੇ ਮੀਲ ਖਾਣੀ ਨਹੀਂ ਸੀ ਜ਼ਰੂਰੀ, ਉਸ ਟਾਈਮ 'ਤੇ ਪੈਸੇ ਜੋੜਨੇ ਜ਼ਰੂਰੀ ਸੀ, ਕਿਉਂਕਿ ਉਹ ਜੁੜੇ ਹੋਏ ਪੈਸਿਆਂ ਨੇ ਮੈਨੂੰ ਓਪਰਚੁਨਿਟੀ ਦਿੱਤੀ ਕੰਮ ਆਸਟ੍ਰੇਲੀਆ ਛੱਡ ਕੇ ਇੰਡੀਆ ਆ ਕੇ ਇੱਕ ਡਿਫਰੈਂਟ ਕਰੀਅਰ ਵਿੱਚ ਟਰਾਈ ਕਰਨ ਦਾ। ਕਈ ਵਾਰੀ ਤੁਹਾਡੀ ਡੈਸਟਨੀ ਹੀ ਹਾਰਡਸ਼ਿਪ ਹੁੰਦੀ ਹੈ, ਉਹਨੂੰ ਐਕਸੈਪਟ ਕਰ ਲਓ, ਐਂਡਿਓਰ ਕਰੋ। ਮੇਰਾ ਵਾਲਪੇਪਰ ਹੈ ਮੇਰੇ ਫੋਨ ਦਾ, ਮੇਰੇ ਉੱਥੇ ਪਿਆ, ਉਹਦੇ ਵਿੱਚ ਨਾ ਇੱਕ ਛੋਟੀ ਜਿਹੀ ਚਿੜੀ ਹੈ, ਛੋਟੀ ਜਿਹੀ ਚਿੜੀ, ਅਤੇ ਉਹ ਐਂ ਕਰਕੇ ਖੜੀ ਹੈ ਅਤੇ ਉਹਦੇ 'ਤੇ ਮੀਂਹ ਪੈ ਰਿਹਾ। ਅਤੇ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਹਾਰਡਸ਼ਿਪ 'ਚ ਹੋ ਨਾ, ਤੁਸੀਂ ਛੋਟੀ ਜਿਹੀ ਚਿੜੀ ਹੋ, ਕਿਉਂਕਿ ਤੂਫਾਨ ਬਹੁਤ ਵੱਡਾ ਹੁੰਦਾ। ਉਸ ਟਾਈਮ 'ਤੇ ਬਾਅਦ ਚਿੜੀ ਨੇ ਐਂ ਕਰਕੇ ਖੜਨਾ ਹੁੰਦਾ, ਐਂਡ ਦੈਟਸ ਇਟ। ਸੋ ਜੇ ਮਾੜਾ ਟਾਈਮ ਹੈ ਤਾਂ ਮਾੜੇ ਟਾਈਮ ਨੂੰ ਹੱਸ ਕੇ ਜੀਓ, ਕਿਉਂਕਿ ਠੋਕਰਾਂ ਬਦਾਮਾਂ ਨਾਲੋਂ ਤੇਜ਼ ਹੁੰਦੀਆਂ। ਡੀਪਰ ਦ ਪੇਨ ਹਾਇਰ ਦ ਪੋਟੈਂਸ਼ੀਅਲ। ਹਾਇਰ ਦ, ਜਿੰਨਾ ਸਪਰਿੰਗ ਦੱਬੂਗਾ ਉਹਨਾਂ ਉੱਤੇ ਜਾਊਗਾ ਵੀਰੇ। ਦੂਜੀ ਗੱਲ ਇਹ ਵੀ ਹੈ ਵੀਰੇ, ਖੁਸ਼ੀ ਤਾਂ ਹੈ ਵੀਰੇ, ਕਹਾਣੀ ਹੀ ਤਾਂ ਬਣਦੀ ਹੈ, ਕਹਾਣੀ ਹੀ ਤਾਂ ਬਣੂਗੀ। ਤੁਸੀਂ ਇਹ ਦੇਖੋ, ਇਹ ਮੇਰੀ ਫਿਲਮ ਦਾ ਉਹ ਸੀਨ ਚੱਲ ਪਿਆ ਜਿਹੜੇ ਸੀਨ 'ਚ ਨਾ ਹੀਰੋ ਟੁੱਟਦਾ ਅਤੇ ਹੀਰੋ ਡਿੱਗਦਾ। ਬਸ ਗਿਵ ਅਪ ਨਹੀਂ ਕਰਨਾ। ਬਹੁਤ ਲੰਬੀ ਜ਼ਿੰਦਗੀ ਹੈ, ਬਹੁਤ ਲੰਬੀ ਕਹਾਣੀ ਹੈ। ਲਾਈਫ ਲੋਨਲੀ ਹੋਤੀ ਹੈ। ਹਾਂਜੀ ਵੀਰੇ, ਲਾਈਫ ਲੋਨਲੀ ਹੋਤੀ ਹੈ। And at the most, ਹਾਂਜੀ, your bros can make it little unlonely. a little unlonely. a little, not unlonely, but you can just forget your boys, they are equally lonely. वही आपके जॉइंट है। ਹਾਂ ਬਸ ਉਹ ਮਾਸਕਿੰਗ ਹੈ ਬੜੀ ਅੱਛੀ। ਮੈਂ ਰੀਲ ਦੇਖੀ, ਇੱਕ ਬੰਦਾ ਨਾ ਆਪਣੇ 'ਤੇ ਪੈਟਰੋਲ ਪਾ ਰਿਹਾ, ਆਪਣੇ ਉਹਨੂੰ ਅੱਗ ਲਾਉਣ ਲੱਗਦਾ, ਅਤੇ ਉਹਦੇ ਨੀਚੇ ਇੱਕ ਦੋਸਤ ਆਉਂਦਾ, ਕਹਿੰਦਾ ਭਾਈ, ਕਹਿੰਦਾ ਹਾਂ, ਕਹਿੰਦਾ ਯਾਰ ਮੂਡ ਬਹੁਤ ਖਰਾਬ ਹੈ, ਮਨ ਨਹੀਂ ਲੈ ਰਿਹਾ, ਕਹਿੰਦਾ ਹੈ ਪਾਗਲ ਮੈਂ ਆਇਆ, ਉਹ ਛੋੜ ਕੇ। ਸੋ ਠੀਕ ਹੈ, that's what boys are for, man. Man's life is supposed to be lonely. That's what spiritual books tell us as well. Oh really? Yeah. At the end of the day, आपको ही मोक्ष तक पहुंचना है। At the most you have संगत। हाँ, मतलब जितने भी इंडिक फेथ्स है, सिखी, जैनिज्म, बुद्धिज्म, हिंदुइज्म, सारे यही कहते हैं कि escape the cycle, go towards the divine, but not everyone is going to come with you. शायद जो लोग आपके साथ है, जो खुद के डिसिप्लिन में जुड़े हुए हैं, शायद वो आए। एक बारी किसी ने, I don't know, जिਵੇਂ कहानी है, but an interesting story है, a lot of people probably might have heard it, I don't know, मुझे बता देना अगर आपने सुनी है, कि एक बार किसी ने कहा एक राजा को कि जो बंदा हर सारी दुनिया जीत लेगा वो स्वर्ग में एक पहाड़ है, उस पर जाके अपना नाम लिख सकता है। सुनिए कहानी।